ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੇ ਵਿਜ਼ਿਟਰ ਵੀਜ਼ਾ ਲਈ ਲਾਗੂ ਹੋਈਆਂ ਨਵੀਆਂ ਸ਼ਰਤਾਂ। ਅਮਰੀਕਾ ਨਵੰਬਰ ਮਹੀਨੇ ਤੋਂ ਭਾਰਤ ਸਮੇਤ ਕਰੀਬ 33 ਮੁਲਕਾਂ ਦੇ ਯਾਤਰੀਆਂ ਨੂੰ ਦੇਵੇਗਾ ਦਾਖਲਾ। ਨੌਕਰੀਆਂ ਘੱਟ ਪੈਦਾ ਹੋਣ ਦੇ ਬਾਵਜੂਦ ਅਮਰੀਕਾ ਨੇ ਕੀਤੀ ਹੈ ਪ੍ਰਗਤੀ। ਜੋ ਬਾਈਡਨ। ਅਮਰੀਕਾ 19 ਮਹੀਨਿਆਂ ਬਾਅਦ ਸਾਨ ਫਰਾਂਸਿਸਕੋ ਵੱਲ ਕਰੂਜ਼ ਦੀ ਯਾਤਰਾ ਸ਼ੁਰੂ। ਆਸਟ੍ਰੇਲੀਆ ਤੋਂ ਬਾਹਰ ਫਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਜਾਗੀ ਉਮੀਦ। UK ਗ੍ਰਹਿ ਦਫ਼ਤਰ ਨੇ ਚੈਨਲ ਪਾਰ ਕਰਕੇ ਆਏ ਪ੍ਰਵਾਸੀਆਂ ਲਈ ਪੀਜ਼ੇ ਤੇ ਖਰਚੇ ਹਜ਼ਾਰਾਂ ਪੌਂਡ। ਭਾਰਤ ਅਮਰੀਕੀ ਰੱਖਿਆ ਨੀਤੀ ਸਮੂਹ ਦੀ 16ਵੀਂ ਬੈਠਕ ਵਾਸ਼ਿੰਗਟਨ ਵਿੱਚ ਆਯੋਜਿਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਵਿਜ਼ਟਰ ਵੀਜ਼ਾ ਤੇ ਅਮਰੀਕਾ ਆਉਣ ਵਾਲਿਆਂ ਲਈ ਬਾਈਡਨ ਸਰਕਾਰ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਾਂ WHO ਤੋਂ ਮਾਨਤਾ ਪ੍ਰਾਪਤ ਕਰੋਨਾ ਵੈਕਸੀਨ ਦੇ ਟੀਕੇ ਲਗਵਾਉਣ ਵਾਲੇ ਹੀ ਜਹਾਜ਼ ਚੜ੍ਹ ਸਕਣਗੇ। ਸੈਂਟਰ ਫਾਰ ਡਿਸੀਜ਼ ਕੰਟਰੋਲ ਵੱਲੋਂ ਸ਼ੁੱਕਰਵਾਰ ਸ਼ਾਮ ਕੀਤਾ ਐਲਾਨ ਕੈਨੇਡਾ ਵਾਸੀਆਂ ਲਈ ਰਾਹਤ ਲੈ ਕੇ ਆਇਆ, ਕਿਉਂਕਿ ਐਸਟਰਾਜ਼ੈਨੇਕਾ ਦੇ ਟੀਕੇ ਨੂੰ ਭਾਵੇਂ ਅਮਰੀਕਾ ਵਿੱਚ ਪ੍ਰਵਾਨਗੀ ਨਹੀਂ ਮਿਲੀ, ਪਰ WHO ਤੋਂ ਮਾਨਤਾ ਮਿਲੀ ਹੋਈ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਸਿਰਫ ਫਾਈਜ਼ਰ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਦੇ ਟੀਕਿਆਂ ਨੂੰ ਮਾਨਤਾ ਦਿੱਤੀ ਗਈ ਹੈ। ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਇਸ ਨਵੰਬਰ ਤੋਂ ਅਮਰੀਕਾ ਵਿਸ਼ਵ ਸਿਹਤ ਸੰਗਠਨ ਦੁਆਰਾ ਪ੍ਰਮਾਣਿਤ ਕੋਵਿਡ-19 ਟੀਕੇ ਲੱਗੇ ਤਕਰੀਬਨ 33 ਦੇਸ਼ਾਂ ਦੇ ਯਾਤਰੀਆਂ ਨੂੰ ਅਮਰੀਕਾ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਵੇਗਾ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ, ਚੀਨ, ਬ੍ਰਾਜ਼ੀਲ ਅਤੇ ਯੂਰਪ ਦੇ ਮਿਲਾ ਕੇ ਕੁੱਲ 33 ਦੇਸ਼ਾਂ ਦੇ ਯਾਤਰੀਆਂ ਤੋਂ ਕੋਵਿਡ-19 ਪਾਬੰਦੀਆਂ ਹਟਾ ਰਿਹਾ ਹੈ, ਪਰ ਨਾਲ ਹੀ ਇਹ ਸ਼ਰਤ ਹੋਵੇਗੀ ਕਿ ਯਾਤਰੀਆਂ ਕੋਲ WHO ਦੁਆਰਾ ਪ੍ਰਮਾਣਿਤ ਦੋਵੇਂ ਟੀਕੇ ਲੱਗੇ ਹੋਣ ਤੇ ਕੋਵਿਡ ਦੀ ਸਹੀ ਟੈਸਟ ਰਿਪੋਰਟ ਹੋਵੇ। CDC ਨੇ ਕਿਹਾ ਕਿ ਟੀਕੇ ਲੱਗੇ ਵਿਅਕਤੀਆਂ ਦੇ ਅਮਰੀਕਾ ਪੁੱਜਣ ਤੇ ਕੋਈ ਪਰੇਸ਼ਾਨੀ ਨਹੀਂ ਹੋਏਗੀ। ਉਹਨਾਂ ਨੇ ਕਿਹਾ ਕਿ 에ਅਰਲਾਈਨਸ ਨਾਲ ਉਹਨਾਂ ਦੀ ਮੀਟਿੰਗ ਵਿੱਚ ਸਾਰੇ ਮਾਪਦੰਡ ਤੈਅ ਹੋ ਚੁੱਕੇ ਨੇ ਅਤੇ 에ਅਰਲਾਈਨਸ ਇਸ ਬਾਰੇ ਮਾਪਦੰਡਾਂ ਨੂੰ ਪੂਰਾ ਕਰਨਗੇ। ਅਮਰੀਕੀ 에ਅਰਲਾਈਨ, ਡੈਲਟਾ 에ਅਰਲਾਈਨ, ਯੂਨਾਈਟਿਡ 에ਅਰਲਾਈਨ ਅਤੇ ਕਈ ਹੋਰ 에ਅਰਲਾਈਨਸ ਨੇ ਸਰਕਾਰ ਨੂੰ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ। 에ਅਰਲਾਈਨਸ ਨੇ ਵੀ ਸਰਕਾਰ ਦੇ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਕਾਰੋਬਾਰ ਨੂੰ ਹੋਰ ਮਜ਼ਬੂਤੀ ਮਿਲੇਗੀ। ਅਮਰੀਕਾ ਇਹਨਾਂ 33 ਦੇਸ਼ਾਂ ਦੇ ਨਾਗਰਿਕਾਂ ਜਿਨ੍ਹਾਂ ਨੂੰ ਕੋਵਿਡ-19 ਦੇ ਟੀਕੇ ਲੱਗੇ ਹੋਣਗੇ ਤੇ ਕਰੋਨਾ ਰਿਪੋਰਟ ਠੀਕ ਹੋਵੇਗੀ ਨੂੰ ਅਮਰੀਕਾ 'ਚ ਦਾਖਲਾ ਦੇਗਾ। ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਨਿਯਮ ਦੁਨੀਆ ਭਰ ਦੇ ਯਾਤਰੀਆਂ ਲਈ ਲਾਗੂ ਹੋਣਗੇ ਜੋ ਅਮਰੀਕਾ ਆਉਣਾ ਚਾਹੁੰਦੇ ਹਨ। ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਵਿੱਚ ਆਪਣੇ ਸੰਬੋਧਨ 'ਚ ਕਿਹਾ ਕਿ ਕੋਵਿਡ ਕਾਰਨ ਬੀਤੇ ਸਤੰਬਰ ਮਹੀਨੇ ਦੌਰਾਨ ਹਾਲਾਂਕਿ ਘੱਟ ਨੌਕਰੀਆਂ ਪੈਦਾ ਹੋਈਆਂ, ਪਰ ਅਸੀਂ ਪ੍ਰਗਤੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਕੋਵਿਡ ਮਹਾਮਾਰੀ ਦੇ ਮਾਰੂ ਅਸਰ ਤੋਂ ਬਾਹਰ ਨਿਕਲ ਰਹੀ ਹੈ। ਉਹਨਾਂ ਨੇ ਸਤੰਬਰ ਮਹੀਨੇ ਦੇ ਦੂਸਰੇ ਹਫ਼ਤੇ ਦਾ ਜ਼ਿਕਰ ਕੀਤਾ, ਜਿਸ ਦੇ ਆਧਾਰ ਤੇ ਨੌਕਰੀਆਂ ਬਾਰੇ ਤਾਜ਼ਾ ਸਰਵੇ ਰਿਪੋਰਟ ਤਿਆਰ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਸ ਸਮੇਂ ਰੋਜ਼ਾਨਾ 1.5 ਲੱਖ ਕੋਵਿਡ ਮਾਮਲੇ ਆ ਰਹੇ ਸਨ, ਪਰ ਉਸ ਤੋਂ ਬਾਅਦ ਰੋਜ਼ਾਨਾ ਕੋਵਿਡ ਮਾਮਲਿਆਂ ਵਿੱਚ 1/3 ਤੋਂ ਵੱਧ ਕਮੀ ਹੋਈ ਹੈ ਤੇ ਅਸੀਂ ਨਿਰੰਤਰ ਸੁਖਾਵੇਂ ਹਾਲਾਤ ਵੱਲ ਵਧ ਰਹੇ ਹਾਂ। ਬਾਈਡਨ ਨੇ ਕਿਹਾ ਕਿ ਅਸੀਂ ਸਤੰਬਰ ਵਿੱਚ ਨੌਕਰੀਆਂ ਪੈਦਾ ਕੀਤੀਆਂ ਹਨ, ਹਾਲਾਂਕਿ ਇਹ ਆਸ ਨਾਲੋਂ ਘੱਟ ਹਨ। ਸਤੰਬਰ ਮਹੀਨੇ ਦੌਰਾਨ 1,94,000 ਨੌਕਰੀਆਂ ਪੈਦਾ ਹੋਈਆਂ। ਇਸ ਤਰ੍ਹਾਂ ਨਿਰੰਤਰ ਅਮਰੀਕੀ ਅਰਥ ਵਿਵਸਥਾ ਪੁਨਰ ਬਹਾਲੀ ਵੱਲ ਵਧੀ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਬਹੁਤ ਮੱਧਮ ਹੋ ਗਈ ਸੀ। ਬਿਊਰੋ ਆਫ ਲੇਬਰ ਸਟੈਟਿਕਸ ਅਨੁਸਾਰ ਸਤੰਬਰ ਵਿੱਚ ਬੇਰੁਜ਼ਗਾਰੀ ਦਰ ਘਟ ਕੇ 4.8% ਰਹਿ ਗਈ, ਜੋ ਕਿ ਅਗਸਤ ਵਿੱਚ 5.2% ਸੀ। ਸ਼ਾਫਿਆਮ ਲੋਕਾਂ ਦੀ ਬੇਰੁਜ਼ਗਾਰੀ ਦਰ ਅਗਸਤ ਵਿੱਚ 8.8% ਸੀ। ਉਹ ਸਤੰਬਰ ਵਿੱਚ ਘਟ ਕੇ 7.9% ਰਹਿ ਗਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਹਾਂ ਪੱਖੀ ਸੰਕੇਤ ਹਨ, ਹਾਲਾਂਕਿ ਸਾਡੀ ਆਸ ਅਨੁਸਾਰ ਬੇਰੁਜ਼ਗਾਰੀ ਦਰ ਵਿੱਚ ਕਮੀ ਨਹੀਂ ਹੋਈ। ਬਾਈਡਨ ਨੇ ਕਿਹਾ ਕਿ ਰਿਪੋਰਟ ਵਿੱਚ ਬੇਰੁਜ਼ਗਾਰੀ ਦਰ 4.8% ਰਹਿ ਗਈ। ਮੇਰਾ ਅਹੁਦਾ ਸੰਭਾਲਣ ਤੋਂ ਬਾਅਦ ਕੋਵਿਡ ਮਹਾਮਾਰੀ ਦਰਮਿਆਨ ਅਰਥ ਵਿਵਸਥਾ ਅੱਗੇ ਵਧੀ। ਉਹਨਾਂ ਨੇ ਕਿਹਾ ਕਿ ਨਵੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਅਸੀਂ ਪ੍ਰਗਤੀ ਕੀਤੀ। ਮੈਂ ਮੰਨਦਾ ਕਿ ਇਹ ਪ੍ਰਗਤੀ ਉਸ ਰਫ਼ਤਾਰ ਨਾਲ ਨਹੀਂ ਹੋ ਰਹੀ ਜਿਸ ਰਫ਼ਤਾਰ ਦੀ ਅਸੀਂ ਤਵੱਕੋ ਕਰਦੇ ਹਾਂ, ਪਰ ਅਸੀਂ ਨਿਗਰ ਪ੍ਰਤੀ ਦੇ ਰਾਹ ਉੱਪਰ ਅੱਗੇ ਵਧਦੇ ਰਹਾਂਗੇ। ਕੋਵਿਡ-19 ਮਹਾਮਾਰੀ ਕਾਰਨ 19 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਕਰੂਜ਼ ਜਹਾਜ਼ਾਂ ਨੇ ਅਮਰੀਕਾ 'ਚ ਸਾਨ ਫਰਾਂਸਿਸਕੋ ਵੱਲ ਪਰਤਣਾ ਸ਼ੁਰੂ ਕਰ ਦਿੱਤਾ।
ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਇਸ ਦਾ ਐਲਾਨ ਕਰਕੇ ਦੱਸਿਆ ਕਿ ਮੈਜੈਸਟਿਕ ਪ੍ਰਿੰਸੈਸ ਨਾਮਕ ਕਰੂਜ਼ ਜਹਾਜ਼ ਸੋਮਵਾਰ ਨੂੰ ਸੈਨ ਫਰਾਂਸਿਸਕੋ ਬੰਦਰਗਾਹ ਲਈ ਰਵਾਨਾ ਹੋਏਗਾ। ਇਹ ਮਾਰਚ 2020 ਤੋਂ ਬਾਅਦ ਤੋਂ ਸੈਨ ਫਰਾਂਸਿਸਕੋ ਖਾੜੀ ਖੇਤਰ ਵੱਲ ਜਾਣ ਵਾਲਾ ਪਹਿਲਾ ਕਰੂਜ਼ ਜਹਾਜ਼ ਹੋਏਗਾ। ਜ਼ਿਕਰਯੋਗ ਹੈ ਕਿ ਮਾਰਚ 2020 ਚ ਗ੍ਰੈਂਡ ਪ੍ਰਿੰਸੇਸ ਨਾਮਕ ਕਰੂਜ਼ ਜਹਾਜ਼ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਜਦ ਉਸ ਤੇ ਸਵਾਰ ਕੁਝ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਸਨ। ਇਸ ਤੋਂ ਬਾਅਦ ਕੈਲੀਫੋਰਨੀਆ ਤੱਟ ਤੋਂ ਦੂਰ ਹੋਣ ਦੇ ਕਾਰਨ ਜਹਾਜ਼ 'ਚ ਸਵਾਰ ਹਜ਼ਾਰਾਂ ਲੋਕਾਂ ਨੂੰ ਇਕਾਂਤਵਾਸ 'ਚ ਰੱਖਣਾ ਪਿਆ ਸੀ। ਮੈਜੈਸਟਿਕ ਪ੍ਰਿੰਸੈਸ ਕਰੂਜ਼ ਲਾਸ ਐਂਜਲਸ ਤੋਂ ਕੈਲੀਫੋਰਨੀਆ ਤੱਟ ਦੇ ਇੱਕ ਹਫ਼ਤੇ ਦੀ ਯਾਤਰਾ ਲਈ ਰਵਾਨਾ ਹੋਏਗਾ, ਜਿਸ ਵਿੱਚ ਸੈਨ ਫਰਾਂਸਿਸਕੋ 'ਚ ਰਾਤ ਭਰ ਦਾ ਠਹਿਰਨਾ ਸ਼ਾਮਲ ਹੋਏਗਾ। ਸੈਨ ਫਰਾਂਸਿਸਕੋ ਦੇ ਬੰਦਰਗਾਹ ਤੇ ਇਸ ਸਾਲ ਦੇ ਬਚੇ 3 ਮਹੀਨਿਆਂ ਦੌਰਾਨ 21 ਕਰੂਜ਼ ਜਹਾਜ਼ਾਂ ਦੇ ਪਹੁੰਚਣ ਦੀ ਉਮੀਦ ਹੈ। ਮੈਜੈਸਟਿਕ ਪ੍ਰਿੰਸੈਸ ਕਰੂਜ਼ ਤੇ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੀ ਪੂਰੀ ਤਰ੍ਹਾਂ ਟੀਕਾਕਰਨ ਦਾ ਸਬੂਤ ਦਿਖਾਉਣਾ ਹੋਏਗਾ। ਟੀਕਾਕਰਨ ਘੱਟੋ-ਘੱਟ 14 ਦਿਨ ਪਹਿਲਾਂ ਹੋਣਾ ਚਾਹੀਦਾ ਹੈ। ਪੌਦ ਦਾ ਸੰਚਾਲਨ ਕਰਨ ਵਾਲੀ ਕਾਨਰੀਵਲ ਕਾਰਪ ਦੀ ਸਹਾਇਕ ਕੰਪਨੀ ਪ੍ਰਿੰਸੈਸ ਕਰੂਜ਼ ਦੇ ਇੱਕ ਬਿਆਨ ਮੁਤਾਬਕ ਯਾਤਰੀਆਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਵੀ ਦਿਖਾਉਣੀ ਹੋਏਗੀ, ਜੋ ਕਿ 2 ਦਿਨ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ। ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਆਸਟ੍ਰੇਲੀਆ ਤੋਂ ਬਾਹਰ ਫਸੇ ਹਜ਼ਾਰਾਂ ਅਸਥਾਈ ਗ੍ਰੈਜੂਏਟ ਮੌਜੂਦਾ 485 ਵੀਜ਼ਾ ਧਾਰਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਉਹਨਾਂ ਦੇ ਵੀਜ਼ਾ ਦਾ ਕੁਝ ਰਿਆਇਤਾਂ ਦਾ ਐਲਾਨ ਕਰੇਗੀ। ਗ੍ਰੀਨਜ਼ ਪਾਰਟੀ ਨੇ ਵੀ ਸਰਕਾਰ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਵੀਜ਼ਾ ਵਧਾਉਣ ਲਈ ਨਵੇਂ ਕਾਨੂੰਨ ਦੀ ਮੰਗ ਕੀਤੀ। ਗ੍ਰਹਿ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਇਸ ਸਮੇਂ ਲਗਭਗ 14,000 ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਫਸੇ ਹੋਏ ਨੇ। ਦੱਸਣਯੋਗ ਹੈ ਕਿ ਵੀਜ਼ਾ ਸਬ ਕਲਾਸ 485 ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੁੰਦਾ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ 2 ਸਾਲਾਂ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਜਿਨ੍ਹਾਂ ਨੂੰ 18 ਮਹੀਨਿਆਂ ਤੋਂ 4 ਸਾਲਾਂ ਦੇ ਵਿਚਕਾਰ ਅਸਥਾਈ ਤੌਰ ਤੇ ਆਸਟ੍ਰੇਲੀਆ ਵਿੱਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਹੁੰਦੀ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਵੀ ਕਿਹਾ ਕਿ ਹੁਨਰਮੰਦ ਪ੍ਰਵਾਸ ਦੀ ਮੁੜ ਸ਼ੁਰੂਆਤ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਮੁੜ ਉਭਾਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਵਿਦੇਸ਼ਾਂ ਵਿੱਚ ਫਸੇ ਹੋਏ ਲੋਕਾਂ ਨੂੰ ਵਾਪਸੀ ਦਾ ਭਰੋਸਾ ਦਿੰਦੇ ਹੋਏ ਮੋਰਿਸਨ ਨੇ ਕਿਹਾ ਕਿ ਉਹ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨਾਲ ਰਜਿਸਟਰਡ ਕਰਵਾਇਆ ਹੈ ਅਤੇ ਜੋ ਕੋਵਿਡ-19 ਟੀਕਾ ਲਗਵਾ ਚੁੱਕੇ ਹਨ ਨੂੰ ਘਰ ਵਾਪਸੀ ਵਿੱਚ ਤਰਜੀਹ ਦਿੱਤੀ ਜਾਏਗੀ। ਮੋਰਿਸਨ ਨੇ ਕਿਹਾ ਕਿ ਜਦੋਂ ਸਾਰੇ ਆਸਟ੍ਰੇਲੀਅਨ ਨਾਗਰਿਕ ਵਾਪਸ ਆ ਜਾਣਗੇ ਤਾਂ ਸਰਕਾਰ ਹੁਨਰਮੰਦ ਪ੍ਰਵਾਸੀਆਂ ਨੂੰ ਵਾਪਸ ਆਉਣ ਦੀ ਆਗਿਆ ਦੇਵੇਗੀ, ਜਿਸ ਤੋਂ ਬਾਅਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਹੋਏਗੀ। यूके च गृह दफ्तर द्वारा इंग्लिश चैनल पार करके आने वाले गैर कानूनी प्रवासियों को खुआने लिए डोमिनोज के पीजे ते एक महीने च हज़ारां पौंड खर्च किए गए। इस फास्ट फूड चेन की डोवर ब्रांच ने जुलाई में टग हैवन नज़रबंदी सहूलत में रखे गए प्रवासियों लिए सैकड़े पीजे सप्लाई किए। इस संबंधी सरकारी अंकड़ियां अनुसार बॉर्डर फोर्स ने छोटी म्याद की होल्डिंग सहूलत नूं भोजन मुहैया करवाउण लई डोमिनोज नूं 5 ਵੱਖ-ਵੱਖ ਲੈਣ ਦੇਣਾ ਚ ਤਕਰੀਬਨ 6,75,752 ਪੌਂਡ ਖਰਚ ਕੀਤੇ। ਇਸ ਤੇ ਸਭ ਤੋਂ ਵੱਡੇ ਆਰਡਰ ਦੀ ਕੀਮਤ 1,824 ਪੌਂਡ ਹੈ ਅਤੇ ਇਸ ਦੀ ਵਰਤੋਂ ਉਹਨਾਂ ਪ੍ਰਵਾਸੀਆਂ ਨੂੰ ਭੋਜਨ ਦੇਣ ਲਈ ਕੀਤੀ ਗਈ ਸੀ ਜੋ 12 ਘੰਟਿਆਂ ਲਈ ਰੱਖੇ ਗਏ। ਗ੍ਰਹਿ ਦਫ਼ਤਰ ਦੇ ਖਰੀਦ ਕਾਰਡ ਦੇ ਲੈਣ ਦੇਣ ਦੇ ਲੌਗ ਦੇ ਦਰਜ ਕੀਤੇ ਹੋਰ ਆਰਡਰ ਦੀ ਕੀਮਤ 1,779 ਪੌਂਡ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਭਾਰਤ ਅਮਰੀਕਾ ਰੱਖਿਆ ਨੀਤੀ ਸਮੂਹ ਦੀ 16ਵੀਂ ਬੈਠਕ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਹੋਈ, ਜਿਸ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਵੱਖ-ਵੱਖ ਰੱਖਿਆ ਸਹਿਯੋਗ ਦੇ ਮੁੱਦਿਆਂ ਤੇ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਮੰਤਰਾਲਾ ਵੱਲੋਂ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਮੁਤਾਬਕ ਬੈਠਕ ਦੌਰਾਨ ਦੋਵਾਂ ਪੱਖਾਂ ਨੇ ਖੇਤਰੀ ਸੁਰੱਖਿਆ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਾਂਝੇ ਹਿੱਤਾਂ ਨੂੰ ਬੜਾਵਾ ਦੇਣ ਲਈ ਮਿਲ ਕੇ ਕੰਮ ਕਰਨ ਨੂੰ ਲੈ ਕੇ ਸਹਿਯੋਗ ਕਰਨ ਤੇ ਸਹਿਮਤ ਹੋਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਡੀਪੀਜੀ ਬੈਠਕ ਸਹਿ ਪ੍ਰਧਾਨਗੀ ਭਾਰਤੀ ਰੱਖਿਆ ਸਕੱਤਰ ਅਜੇ ਕੁਮਾਰ ਅਤੇ ਅਮਰੀਕੀ ਉਪ ਰੱਖਿਆ ਮੰਤਰੀ ਕਾਲਿਨ ਕਹਿਰ ਨੇ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਡੀਪੀਜੀ ਦੁਬੱਲੇ ਰੱਖਿਆ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਵਪਾਰਕ ਸਮੀਖਿਆ ਅਤੇ ਮਾਰਗਦਰਸ਼ਨ ਕਰਨ ਲਈ ਭਾਰਤ ਦੇ ਰੱਖਿਆ ਮੰਤਰਾਲਾ ਅਤੇ ਅਮਰੀਕੀ ਰੱਖਿਆ ਵਿਭਾਗ ਦਰਮਿਆਨ ਅਧਿਕਾਰਕ ਪੱਧਰ ਦਾ ਤੰਤਰ ਹੈ। ਬਿਆਨ ਮੁਤਾਬਕ ਬੈਠਕ ਦੌਰਾਨ ਦੋਵਾਂ ਪੱਖਾਂ ਨੇ ਫੌਜੀ ਸੰਬੰਧਾਂ 'ਚ ਪ੍ਰਗਤੀ, ਮੂਲਭੂਤ ਰੱਖਿਆ ਸਮਝੌਤਿਆਂ, ਰੱਖਿਆ ਮੁਹਿੰਮ, ਟੈਕਨੋਲੋਜੀ ਸਹਿਯੋਗ ਅਤੇ ਰੱਖਿਆ ਵਪਾਰ ਨੂੰ ਮਜ਼ਬੂਤ ਕਰਨ ਦੀ ਸਮੀਖਿਆ ਕੀਤੀ। ਸਹਿ ਪ੍ਰਧਾਨਾਂ ਨੇ ਰੱਖਿਆ ਟੈਕਨੋਲੋਜੀ ਅਤੇ ਵਪਾਰ ਪਹਿਲ ਤਹਿਤ ਮਨੁੱਖੀ ਰਹਿਤ ਹਵਾਈ ਵਾਹਨਾਂ ਦੇ ਸਹਿ ਵਿਕਾਸ ਲਈ ਸੰਯੁਕਤ ਪ੍ਰੋਜੈਕਟ ਦਾ ਜਾਇਜ਼ਾ ਲਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਆਗਾਮੀ 2+2 ਮੰਤਰੀ ਪੱਧਰੀ ਗੱਲਬਾਤ ਦੀ ਤਿਆਰੀ ਦੀ ਸਮੀਖਿਆ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਊਸ ਨੇ ਬੀਤੀ 6 ਜਨਵਰੀ ਨੂੰ ਸੰਸਦ ਕੰਪਲੈਕਸ ਤੇ ਹੋਏ ਹਮਲੇ ਨਾਲ ਜੁੜੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਇੱਕ ਸੰਸਦੀ ਕਮੇਟੀ ਨੂੰ ਸੌਂਪਣ ਦਾ ਫੈਸਲਾ ਕੀਤਾ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਈਡਨ ਪ੍ਰਸ਼ਾਸਨ ਨੂੰ ਦਸਤਾਵੇਜ਼ ਨਾ ਸੌਂਪਣ ਦੀ ਅਪੀਲ ਕੀਤੀ ਸੀ। ਬੀਤੇ ਸਾਲ ਨਵੰਬਰ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਹਾਰ ਤੋਂ ਬਾਅਦ ਉਹਨਾਂ ਦੇ ਹਮਾਇਤੀਆਂ ਨੇ ਸੰਸਦ ਤੇ ਹਮਲਾ ਕੀਤਾ। ਮਾਮਲੇ ਦੀ ਜਾਂਚ ਕਰ ਰਹੀ ਸੰਸਦ ਦੀ ਸਥਾਈ ਕਮੇਟੀ ਨੇ ਵਾਈਟ ਹਾਊਸ ਤੋਂ ਘਟਨਾ ਨਾਲ ਜੁੜੇ ਦਸਤਾਵੇਜ਼ਾਂ ਲਈ ਅਪੀਲ ਕੀਤੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਕਮੇਟੀ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰੇਗਾ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਸਪਸ਼ਟ ਕਰ ਚੁੱਕੇ ਹਨ ਕਿ ਸੰਸਦ ਤੇ ਅਮਰੀਕੀ ਲੋਕਾਂ ਲਈ ਉਸ ਦਿਨ ਦੀਆਂ ਘਟਨਾਵਾਂ ਦੀ ਪੂਰੀ ਜਾਣਕਾਰੀ ਹੋਣਾ ਬੇहद ਜ਼ਰੂਰੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋ ਸਕੇ। ਉਧਰ ਟਰੰਪ ਨੇ ਦੋਸ਼ ਲਾਇਆ ਕਿ ਬਾਈਡਨ ਪ੍ਰਸ਼ਾਸਨ ਜਾਂਚ ਦੀ ਵਰਤੋਂ ਉਹਨਾਂ ਦੀਆਂ ਭਵਿੱਖ ਦੀਆਂ ਰਾਜਨੀਤਿਕ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਕਰ ਰਿਹਾ ਹੈ। ਅਮਰੀਕਾ ਦੇ ਅਟਲਾਂਟਾ ਵਿੱਚ ਸ਼ੁੱਕਰਵਾਰ ਨੂੰ ਇੱਕ ਛੋਟਾ ਜਹਾਜ਼ ਅਟਲਾਂਟਾ ਦੇ ਇੱਕ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਗਲ ਇੰਜਨ ਸੈਸਨਾ 210 ਜਹਾਜ਼ ਦੁਪਹਿਰ 1:10 ਤੇ ਕ੍ਰੈਸ਼ ਹੋਇਆ। ਡਿਕਲਬ ਪਿਚਟਰੀ ਹਵਾਈ ਅੱਡੇ ਤੇ ਉਡਾਣ ਭਰਨ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਾਉਂਟੀ ਦੇ ਫਾਇਰ ਅਧਿਕਾਰੀ ਕੈਪਟਨ ਜੇਸਨ ਡੇਨੀਅਲਸ ਅਨੁਸਾਰ ਕਾਉਂਟੀ ਦੇ ਮਾਲਕੀ ਵਾਲੇ ਹਵਾਈ ਅੱਡੇ ਤੇ ਘੱਟੋ-ਘੱਟ 15 ਫਾਇਰ ਫਾਈਟਰ ਰਨਵੇ ਤੇ ਪਹੁੰਚੇ ਤੇ ਅੱਗ ਨੂੰ ਤੇਜ਼ੀ ਨਾਲ ਬੁਝਾਇਆ, ਪਰ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। ਹਾਲਾਂਕਿ ਅਧਿਕਾਰੀਆਂ ਨੇ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ। ਇਹ ਹਵਾਈ ਅੱਡਾ ਅਟਲਾਂਟਾ ਦੇ ਡਾਊਨਟਾਊਨ ਤੋਂ 10 ਮੀਲ ਦੀ ਦੂਰੀ ਤੇ 700 ਏਕੜ ਤੋਂ ਵੱਧ ਵਿੱਚ ਫੈਲਿਆ ਹੋਇਆ ਹੈ। ਪਿਛਲੇ 3 ਦਹਾਕਿਆਂ ਦੌਰਾਨ ਔਸਤਨ ਲਗਭਗ 2,09,000 ਸਾਲਾਨਾ ਉਡਾਣਾਂ ਉਤਰਨ ਦੇ ਨਾਲ ਇਹ ਅਟਲਾਂਟਾ ਦਾ ਹਾਰਟਸਫੀਲਡ ਜੈਕਸਨ ਹਵਾਈ ਅੱਡੇ ਤੋਂ ਬਾਅਦ ਸਟੇਟ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਇਸ ਹਾਦਸੇ ਦੇ ਸੰਬੰਧ ਵਿੱਚ FAA ਨੇ ਦੱਸਿਆ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਦੀ ਅਗਵਾਈ ਕਰੇਗਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਦਾ ਇੱਕ ਵਫਦ ਦੋਹਾ ਕਤਰ ਵਿਖੇ ਤਾਲਿਬਾਨ ਪ੍ਰਤੀਨਿਧੀਆਂ ਨਾਲ ਗੱਲਬਾਤ ਕਰੇਗਾ। ਪਿਛਲੇ ਮਹੀਨੇ ਅਗਸਤ ਦੇ ਅਖੀਰ ਵਿੱਚ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਚੋਂ ਕੱਢਣ ਉਪਰੰਤ ਤਾਲਿਬਾਨ ਪ੍ਰਤੀਨਿਧੀਆਂ ਨਾਲ ਅਮਰੀਕੀ ਅਧਿਕਾਰੀਆਂ ਦੀ ਇਹ ਪਹਿਲੀ ਮੀਟਿੰਗ ਹੈ। ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਗੱਲਬਾਤ ਇਸੇ ਹਫ਼ਤੇ ਅੱਜ ਜਾਂ ਕੱਲ੍ਹ ਹੋਏਗੀ। ਅਧਿਕਾਰੀ ਅਨੁਸਾਰ ਇਹ ਮੀਟਿੰਗ ਅਮਰੀਕਾ ਦੇ ਵਿਆਪਕ ਕੌਮੀ ਹਿੱਤਾਂ ਦੇ ਮੱਦੇਨਜ਼ਰ ਤਾਲਿਬਾਨ ਨਾਲ ਨਿਰੰਤਰ ਗੱਲਬਾਤ ਦਾ ਹੀ ਇੱਕ ਹਿੱਸਾ ਹੈ। ਮੀਟਿੰਗ 'ਚ ਹੋਰ ਮੁੱਦਿਆਂ ਤੋਂ ਇਲਾਵਾ ਅਫਗਾਨਿਸਤਾਨ 'ਚ ਰਹਿ ਗਏ ਅਮਰੀਕੀ ਤੇ ਹੋਰ ਦੇਸ਼ਾਂ ਦੇ ਨਾਗਰਿਕ ਜੋ ਦੇਸ਼ ਛੱਡਣਾ ਚਾਹੁੰਦੇ ਹਨ ਦੀ ਸੁਰੱਖਿਅਤ ਵਾਪਸੀ ਬਾਰੇ ਗੱਲਬਾਤ ਹੋਏਗੀ। ਚੀਨ ਨਾਲ ਵੱਧਦੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਇੱਕ ਵਾਰ ਫਿਰ ਖੁੱਲ੍ਹ ਕੇ ਤਾਇਵਾਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪੈਂਟਾਗਨ ਦੇ ਬੁਲਾਰੇ ਜੋਹਨ ਸੈਪਲ ਨੇ ਚੀਨ ਦੀ ਵੱਧਦੀ ਹਮਲਾਵਰਤਾ ਅਤੇ ਦਖਲਅੰਦਾਜ਼ੀ ਦੇ ਮਾਮਲੇ ਨੂੰ ਲੈ ਕੇ ਕਿਹਾ ਕਿ ਸਾਡਾ ਸਮਰਥਨ ਪੂਰੀ ਤਰ੍ਹਾਂ ਤਾਇਵਾਨ ਦੇ ਨਾਲ ਹੈ। ਅਸੀਂ ਤਾਇਵਾਨ ਦੇ ਨਾਲ ਰਿਪਬਲਿਕ ਆਫ ਚਾਈਨਾ ਦੇ ਖਤਰੇ ਦੇ ਖਿਲਾਫ ਹਾਂ। ਅਸੀਂ ਬੀਜਿੰਗ ਤੋਂ ਸਾਰੇ ਮਤਭੇਦਾਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਅਪੀਲ ਕਰਦੇ ਹਾਂ। ਅਮਰੀਕੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਸਪੈਸ਼ਲ ਆਪਰੇਸ਼ਨਲ ਫੋਰਸਿਸ ਮਹੀਨਿਆਂ ਤੋਂ ਤਾਇਵਾਨ ਦੇ ਸੈਨਿਕਾਂ ਨੂੰ ਚੁੱਪਚਾਪ ਟ੍ਰੇਨਿੰਗ ਦੇ ਰਹੇ ਹਨ, ਜਿਸ ਨਾਲ ਚੀਨ ਦਾ ਗੁੱਸਾ ਵਧ ਰਿਹਾ। ਵਾਲ ਸਟਰੀਟ ਜਰਨਲ ਨਾਲ ਗੱਲਬਾਤ ਕਰਦੇ ਹੋਏ ਇੱਕ ਅਧਿਕਾਰੀ ਨੇ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਕਰੀਬ 20 ਸਪੈਸ਼ਲ ਆਪਰੇਸ਼ਨ ਅਤੇ ਪਰੰਪਰਾਗਤ ਫੋਰਸਿਸ ਮਹੀਨਿਆਂ ਤੋਂ ਤਾਇਵਾਨੀ ਸੈਨਿਕਾਂ ਨੂੰ ਸਿਖਲਾਈ ਦੇ ਰਹੇ ਨੇ। ਦੱਸਦੇ ਕਿ ਅਮਰੀਕੀ ਤਾਇਵਾਨ ਨੂੰ ਕਈ ਤਰ੍ਹਾਂ ਦੇ ਹਥਿਆਰ ਐਕਸਪੋਰਟ ਕਰਦਾ ਹੈ, ਜਿਸ ਵਿੱਚ ਲੜਾਕੂ ਜੈਟ ਤੇ ਮਿਸਾਈਲ ਸ਼ਾਮਲ ਹਨ। ਅਮਰੀਕਾ ਤਾਇਵਾਨ ਦੀ ਰੱਖਿਆ ਦੇ ਪ੍ਰਤੀ ਆਪਣੀ ਪ੍ਰਤੀਬਿੰਬਤ ਜ਼ਾਹਿਰ ਕਰਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਤਾਇਵਾਨ ਨੂੰ ਲੈ ਕੇ ਚੀਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਅਤੇ ਸਥਿਰ ਕਰਨ ਵਾਲਾ ਦੱਸਿਆ। ਉਧਰ ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਇੱਕ ਉਚਿਤ ਕਾਰਨ ਹਮੇਸ਼ਾ ਤੋਂ ਸਮਰਥਨ ਕਰਦਾ ਹੈ। ਅਸੀਂ ਆਪਣੀ ਰਾਸ਼ਟਰੀ ਪ੍ਰਭੂਸੱਤਾ ਤੇ ਆਪਣੇ ਲੋਕਾਂ ਦੀ ਰੱਖਿਆ ਦੇ ਨਾਲ ਵੀ ਖੇਤਰੀ ਸ਼ਾਂਤੀ ਬਣਾਉਂਦੇ ਹਾਂ, ਜੋ ਕਿ ਹਰ ਸੰਭਵ ਕੋਸ਼ਿਸ਼ ਕਰਦੇ ਨੇ। ਅਸੀਂ ਉਹ ਸਭ ਕੁਝ ਕਰ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ। ਸਾਡੇ ਨਾਲ ਕੰਮ ਕਰਨ ਵਾਲੇ ਸਮਾਨ ਵਿਚਾਰਧਾਰਕ ਹੋ ਸਕਦੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਲੰਘੀ 5 ਅਕਤੂਬਰ ਨੂੰ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੀੜਤ ਦੀ ਪਛਾਣ ਸਰੀ ਦੇ ਰਹਿਣ ਵਾਲੇ 28 ਸਾਲਾ ਸ਼ਰਨਬੀਰ ਸਿੰਘ ਸੋਮਲ ਵਜੋਂ ਹੋਈ। ਇਹ ਗੋਲੀਬਾਰੀ ਦੀ ਘਟਨਾ ਸ਼ਰਨਬੀਰ ਸਿੰਘ ਦੇ 124 ਸਟਰੀਟ ਤੇ 80 ਐਵਨਿਊ ਸਥਿਤ ਘਰ ਦੇ ਬਾਹਰ ਵਾਪਰੀ। ਸ਼ਰਨਬੀਰ ਸਿੰਘ ਸੋਮਲ ਘਰ ਦੇ ਬਾਹਰ ਬਣੇ ਡਰਾਈਵ ਵੇ ਵਿੱਚ ਜ਼ਖਮੀ ਹਾਲਤ ਵਿੱਚ ਮਿਲਿਆ।
ਜਿਸ ਨੂੰ ਪੈਰਾਮੈਡੀਕਲ ਵੱਲੋਂ ਸਥਾਨਕ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਉਸਨੇ ਦਮ ਤੋੜ ਦਿੱਤਾ। ਇੰਟਰਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਸ਼ਰਨਬੀਰ ਸਿੰਘ ਸੋਮਲ ਦੇ ਕਤਲ ਦੀ ਜਾਂਚ ਕਰ ਰਹੇ ਨੇ। ਜਾਂਚਕਰਤਾਵਾਂ ਮੁਤਾਬਕ ਸ਼ਰਨਬੀਰ ਦਾ ਕਤਲ ਮਿੱਥ ਕੇ ਕੀਤਾ ਗਿਆ ਅਤੇ ਇਹ ਮਾਮਲਾ ਚੱਲ ਰਹੀ ਗੈਂਗਵਾਰ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ। ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨੋ ਦਾ ਇੱਕ ਐਲੀਮੈਂਟਰੀ ਸਕੂਲ ਇਸ ਦੇ ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ ਬੰਦ ਕੀਤਾ ਗਿਆ। ਇਸ ਸੰਬੰਧੀ ਫ੍ਰਿਜ਼ਨੋ ਯੂਨੀਫਾਈਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੀਕੋਟ ਐਲੀਮੈਂਟਰੀ ਸਕੂਲ ਸਟਾਫ ਵਿੱਚ ਕੋਵਿਡ-19 ਦੇ ਕਈ ਪੁਸ਼ਟੀ ਕੀਤੇ ਕੇਸਾਂ ਕਾਰਨ ਸਕੂਲ ਨੂੰ 10 ਦਿਨਾਂ ਲਈ ਬੰਦ ਕੀਤਾ ਗਿਆ। ਇਸ ਵਕਫੇ ਦੌਰਾਨ ਸਕੂਲ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਏਗੀ। ਫ੍ਰਿਜ਼ਨੋ ਵਿੱਚ ਐਡੀਕੋਟ ਪਹਿਲਾ ਸਕੂਲ ਹੈ ਜਿਸ ਨੂੰ ਡਿਸਟ੍ਰਿਕਟ ਵਿੱਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਕੋਰੋਨਾ ਕਾਰਨ ਬੰਦ ਕੀਤਾ ਗਿਆ। ਇਸ ਐਲੀਮੈਂਟਰੀ ਸਕੂਲ ਵਿੱਚ ਲਗਭਗ 50 ਵਿਦਿਆਰਥੀ ਹਨ ਅਤੇ ਇਹ ਗੰਭੀਰ ਤੌਰ ਤੇ ਅਪਾਹਿਜ ਨੌਜਵਾਨਾਂ ਦੀ ਸੇਵਾ ਕਰਦਾ ਹੈ। ਅਧਿਕਾਰੀਆਂ ਅਨੁਸਾਰ ਇਸ ਰੁੱਤ ਦਾ ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਫ੍ਰਿਜ਼ਨੋ ਯੂਨੀਫਾਈਡ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਕੋਵਿਡ-19 1637 ਪੋਜ਼ਿਟਿਵ ਕੇਸ ਹਨ। ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਅਜਿਹੇ ਪਿਤਾ ਨੂੰ 48 ਸਾਲ ਕੈਦ ਦੀ ਸਜ਼ਾ ਕੀਤੀ ਗਈ ਜਿਸ ਨੇ ਆਪਣੇ ਪੁੱਤਰ ਦਾ ਕਤਲ ਕੀਤਾ ਸੀ। ਮਾਰਕ ਰੈਡਵਾਈਨ ਨਾਮ ਦੇ ਇਸ ਵਿਅਕਤੀ ਨੇ 2012 ਦੇ ਅਖੀਰ ਵਿੱਚ ਆਪਣੇ 13 ਸਾਲਾ ਬੇਟੇ ਡਿਲਨ ਦੀ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਸਨੇ ਆਪਣੇ ਪਿਤਾ ਦੀਆਂ ਕੁਝ ਇਤਰਾਜ਼ਯੋਗ ਫੋਟੋਆਂ ਦੇਖ ਲਈਆਂ। 60 ਸਾਲਾ ਮਾਰਕ ਰੈਡਵਾਈਨ ਨੂੰ ਜੁਲਾਈ ਵਿੱਚ ਦੂਜੀ ਡਿਗਰੀ ਦੇ ਕਤਲ ਅਤੇ ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਜਿਸ ਉਪਰੰਤ ਸ਼ੁੱਕਰਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ। ਡਿਲਨ ਦੇ ਵੱਡੇ ਭਰਾ ਕੋਰੀ ਰੈਡਵਾਈਨ ਨੇ 5 ਹਫ਼ਤਿਆਂ ਦੀ ਸੁਣਵਾਈ ਦੌਰਾਨ ਗਵਾਹੀ ਦਿੱਤੀ ਸੀ ਕਿ ਉਸਦੇ ਭਰਾ ਨੂੰ ਲਾਪਤਾ ਹੋਣ ਤੋਂ ਪਹਿਲਾਂ ਆਪਣੇ ਪਿਤਾ ਦੀਆਂ ਇਤਰਾਜ਼ਯੋਗ ਫੋਟੋਆਂ ਮਿਲੀਆਂ। ਸਰਕਾਰੀ ਵਕੀਲਾਂ ਅਨੁਸਾਰ ਉਸਦੇ 13 ਸਾਲਾ ਬੇਟੇ ਡਿਲਨ ਦੁਆਰਾ ਉਸ ਦੀਆਂ ਫੋਟੋਆਂ ਦਾ ਪਤਾ ਲਗਾਉਣ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ ਸੀ, ਜਿਸ ਕਰਕੇ ਇਹ ਘਟਨਾ ਵਾਪਰੀ। ਕੈਲੀਫੋਰਨੀਆ ਸਟੇਟ ਵਿੱਚ ਲੱਗੀ KNP ਕੰਪਲੈਕਸ ਅੱਗ ਨਾਲ ਸੈਂਕੜੇ ਵਿਸ਼ਾਲ ਦਰੱਖਤਾਂ ਦੇ ਸੜ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ। ਨੈਸ਼ਨਲ ਪਾਰਕ ਸਰਵਿਸਿਜ਼ ਦੇ ਅਨੁਸਾਰ KNP ਕੰਪਲੈਕਸ ਅੱਗ ਨੇ ਕੈਲੀਫੋਰਨੀਆ ਦੇ ਬਹੁਤ ਸਾਰੇ ਪੁਰਾਣੇ ਵਿਸ਼ਾਲ ਦਰੱਖਤਾਂ ਨੂੰ ਨਸ਼ਟ ਕਰ ਦਿੱਤਾ ਅਤੇ ਇਹ ਅੱਗ ਸਿਰਫ 11% ਹੀ ਕਾਬੂ ਕੀਤੀ ਗਈ। 4 ਅਕਤੂਬਰ ਨੂੰ ਉੱਤਰ ਵੱਲ ਵਧੀ ਇਸ ਅੱਗ ਨੂੰ ਰੈਡਵੁੱਡ ਕੈਨੀਅਨ ਨੂੰ ਨੁਕਸਾਨ ਪਹੁੰਚਾਇਆ ਅਤੇ ਇਸ ਅੱਗ ਨੇ ਹੁਣ 85,000 ਏਕੜ ਤੋਂ ਵੱਧ ਰਕਬੇ ਨੂੰ ਕਵਰ ਕਰ ਲਿਆ ਹੈ। NPS ਅਨੁਸਾਰ ਮੌਜੂਦਾ ਸਮੇਂ ਸਾੜੇ ਗਏ ਦਰੱਖਤਾਂ ਦੀ ਸਹੀ ਗਿਣਤੀ ਅਣਜਾਣ ਹੈ, ਪਰ ਇਹ ਸੈਂਕੜਿਆਂ 'ਚ ਹੋ ਸਕਦੇ ਹਨ। ਸਤੰਬਰ 'ਚ ਹੋਂਦ 'ਚ ਆਈ KNP ਕੰਪਲੈਕਸ ਅੱਗ ਜੰਗਲ ਦੀ ਅੱਗ ਲੜੀ 'ਚ ਨਵੀਨਤਮ ਹੈ ਜੋ ਕਿ ਵਿਸ਼ਵ ਦੇ ਸਭ ਤੋਂ ਵੱਡੇ ਦਰੱਖਤਾਂ ਨੂੰ ਘੇਰ ਰਹੀ ਹੈ ਅਤੇ ਇਹ ਸਕੋਆ ਨੈਸ਼ਨਲ ਪਾਰਕ ਵਿੱਚ ਬਲਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕਰਮਚਾਰੀਆਂ ਨੇ ਅੱਗ ਦੀ ਲਪੇਟ ਤੋਂ ਸੁਰੱਖਿਅਤ ਰੱਖਣ ਲਈ ਸਕੋਆ ਅਤੇ ਕਿੰਗਜ਼ ਨੈਸ਼ਨਲ ਪਾਰਕ ਦੇ ਵੱਡੇ ਦਰੱਖਤਾਂ ਦੇ ਬੇਸ ਨੂੰ ਅਲਮੀਨੀਅਮ ਪਰਤ ਨਾਲ ਲਪੇਟਿਆ ਸੀ, ਜਿਸ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਦਰੱਖਤ ਜਨਰਲ ਸ਼ਰਮਨ ਵੀ ਸ਼ਾਮਲ ਸੀ। ਕਾਂਗੋ ਦੇ ਉੱਤਰ ਪੱਛਮ ਵਿੱਚ ਮੋਂਗਲਾ ਸੂਬੇ 'ਚ ਇਸ ਹਫ਼ਤੇ ਕਾਂਗੋ ਨਦੀ 'ਚ ਕਿਸ਼ਤੀ ਹਾਦਸਾਗ੍ਰਸਤ ਹੋਣ ਕਾਰਨ 100 ਲੋਕਾਂ ਦੇ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਸਥਾਨਕ ਅਧਿਕਾਰੀਆਂ ਅਤੇ ਹਾਦਸੇ ਵਿੱਚ ਜਿਉਂਦੇ ਬਚੇ ਲੋਕਾਂ ਮੁਤਾਬਕ ਇਹ ਘਟਨਾ ਮੋਂਗਲਾ ਸੂਬੇ ਦੇ ਬੂੰਬਾ ਸ਼ਹਿਰ ਨੇੜੇ ਸੋਮਵਾਰ ਦੇਰ ਰਾਤ ਹੋਈ। ਮੋਂਗਲਾ ਸੂਬੇ ਦੇ ਆਵਾਜਾਈ ਅਤੇ ਸੰਚਾਰ ਮੰਤਰੀ ਮਿਸਿਸੂ ਨੇ ਦੱਸਿਆ ਕਿ 61 ਲਾਸ਼ਾਂ ਕੱਢੀਆਂ ਗਈਆਂ ਹਨ। ਮਿਸਿਸੂ ਨੇ ਦੱਸਿਆ ਕਿ ਅਜੇ ਵੀ 100 ਤੋਂ ਜ਼ਿਆਦਾ ਲੋਕ ਲਾਪਤਾ ਨੇ, ਜਿਨ੍ਹਾਂ 'ਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ 30 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।